हेलो स्टूडेंट्स, मैं सतनाम कौर कंप्यूटर फैकल्टी सरकारी सीनियर सैकेंडरी स्कूल ਸਿੰਘ ਭਗਵੰਤਪੁਰ ਰੂਪਨਗਰ ਅੱਜ ਤੁਹਾਨੂੰ ਤੁਹਾਡੇ 10ਵੀਂ ਜਮਾਤ ਦੇ ਪਾਠ ਨੰਬਰ 4 ਵੈਬ ਡਿਵੈਲਪਮੈਂਟ ਬਾਰੇ ਸਮਝਾਵਾਂਗੀ। ਜਿਵੇਂ ਕਿ ਵਿਦਿਆਰਥੀਓ ਤੁਹਾਨੂੰ ਪਤਾ ਹੀ ਹੈ ਵੈਬ ਡਿਵੈਲਪਮੈਂਟ ਤੋਂ ਭਾਵ ਹੈ ਕਿਸੇ ਵੈਬ ਪਹਿਲਾ ਹੈ ਜਾਣ ਪਛਾਣ। ਇੱਕ ਵੈਬਸਾਈਟ ਤੋਂ ਭਾਵ ਹੈ ਵੈਬ ਪੇਜਾਂ ਦਾ ਸਮੂਹ। ਵੈਬਸਾਈਟ ਨੂੰ ਡਿਜ਼ਾਈਨ ਕਰਨ ਲਈ ਅਸੀਂ ਇਸ ਨੂੰ 4 ਭਾਗਾਂ ਵਿੱਚ ਵੰਡਦੇ ਹਾਂ। ਵਿਦਿਆਰਥੀਓ, ਕੋਈ ਵੀ ਇੰਟਰਨੈਟ ਪੇਜ ਜਿਸ ਨੂੰ ਅਸੀਂ ਆਪਣੇ ਕੰਪਿਊਟਰ ਇੰਟਰਨੈਟ ਉੱਤੇ ਓਪਨ ਕਰਦੇ ਹਾਂ ਉਸ ਨੂੰ ਵੈਬ ਪੇਜ ਕਿਹਾ ਜਾਂਦਾ ਹੈ ਅਤੇ ਬਹੁਤ ਸਾਰੇ ਵੈਬ ਪੇਜਾਂ ਦੇ ਸਮੂਹ ਨੂੰ ਵੈਬਸਾਈਟ ਕਹਿੰਦੇ ਹਾਂ। ਆਓ ਹੁਣ ਇਸ ਸਾਈਟ ਨੂੰ ਡਿਜ਼ਾਈਨ ਕਰਨ ਲਈ ਇਸ ਦੇ 4 ਭਾਗਾਂ ਬਾਰੇ ਪੜ੍ਹੀਏ। ਨੰਬਰ 1, ਵੈਬਸਾਈਟ ਦਾ ਟੀਚਾ, ਭਾਵ ਤੁਸੀਂ ਆਪਣੀ ਵੈਬਸਾਈਟ ਕਿਸ ਡਾਟਾ ਬਾਰੇ ਜਾਂ ਕਿਸ ਇਨਫੋਰਮੇਸ਼ਨ ਬਾਰੇ ਤਿਆਰ ਕਰਨਾ ਚਾਹੁੰਦੇ ਹੋ। ਦਰਸ਼ਕਾਂ ਲਈ ਡਿਜ਼ਾਈਨਿੰਗ, ਤੁਹਾਡੀ ਸਾਈਟ ਜਾਂ ਤੁਹਾਡੇ ਵੈਬ ਪੇਜ ਨੂੰ ਕਿਸ ਪ੍ਰਕਾਰ ਦੇ ਦਰਸ਼ਕ ਦੇਖਣਗੇ। ਤੁਹਾਨੂੰ ਆਪਣੇ ਵੈਬ ਪੇਜ ਦੀ ਡਿਜ਼ਾਈਨਿੰਗ ਆਪਣੇ ਦਰਸ਼ਕਾਂ ਦੇ ਧਿਆਨ ਨੂੰ ਰੱਖਦੇ ਹੋਏ ਤਿਆਰ ਕਰਨੀ ਚਾਹੀਦੀ ਹੈ। ਕੰਮ ਦੀ ਰਣਨੀਤੀ, ਭਾਵ ਤੁਸੀਂ ਆਪਣੀ ਵੈਬਸਾਈਟ ਨੂੰ ਕ੍ਰੀਏਟ ਕਰਨ ਲਈ ਕਿਸ ਪ੍ਰਕਾਰ ਦੀ ਟੈਕਨੋਲੋਜੀ ਦਾ ਇਸਤੇਮਾਲ ਕਰੋਗੇ। ਵਿਸ਼ਾ ਵਸਤੂ ਦਾ ਵਿਕਾਸ, ਤੁਸੀਂ ਆਪਣੀ ਵੈਬਸਾਈਟ ਵਿੱਚ ਕਿਸ ਪ੍ਰਕਾਰ ਦਾ ਡਾਟਾ ਅਪਲੋਡ ਕਰੋਗੇ ਜੋ ਤੁਹਾਡੀ ਵੈਬਸਾਈਟ ਨੂੰ ਪ੍ਰਭਾਵਸ਼ਾਲੀ ਬਣਾਵੇ। ਆਓ ਪਹਿਲਾਂ ਪੜ੍ਹਦੇ ਹਾਂ ਵੈਬਸਾਈਟ ਦੀ ਯੋਜਨਾਬੰਦੀ ਬਾਰੇ। ਇੱਕ ਵੈਬਸਾਈਟ ਬਣਾਉਣ ਲਈ ਸਾਨੂੰ ਪਹਿਲਾਂ ਆਪਣੀ ਯੋਜਨਾ ਬਣਾਉਣੀ ਚਾਹੀਦੀ ਹੈ, ਭਾਵ ਅਸੀਂ ਆਪਣੀ ਵੈਬਸਾਈਟ ਕਿਸ ਚੀਜ਼ ਬਾਰੇ ਤਿਆਰ ਕਰਨਾ ਚਾਹੁੰਦੇ ਹਾਂ। ਇਸ ਯੋਜਨਾ ਵਿੱਚ ਇਹ ਫੈਸਲਾ ਕਰਦੇ ਹਾਂ ਕਿ ਅਸੀਂ ਕੀ ਸੰਚਾਰ ਕਰਵਾਉਣਾ ਚਾਹੁੰਦੇ ਹਾਂ, ਭਾਵ ਅਸੀਂ ਆਪਣੀ ਵੈਬਸਾਈਟ ਵਿੱਚ ਕਿਸ ਪ੍ਰਕਾਰ ਦਾ ਡਾਟਾ ਅਪਲੋਡ ਕਰਨਾ ਚਾਹੁੰਦੇ ਹਾਂ ਅਤੇ ਕਿਸ ਤਕਨੀਕ ਦੀ ਵਰਤੋਂ ਕਰਕੇ ਆਪਣੇ ਦਰਸ਼ਕਾਂ ਨਾਲ ਵੈਬਸਾਈਟ ਤੇ ਗੱਲਬਾਤ ਕਰ ਸਕਦੇ ਹਾਂ। ਇਸ ਦੇ ਲਈ ਸਾਨੂੰ ਹੇਠਾਂ ਦਰਸਾਏ ਭਾਗਾਂ ਅਨੁਸਾਰ ਯੋਜਨਾਬੰਦੀ ਕਰਨੀ ਚਾਹੀਦੀ ਹੈ। ਨੰਬਰ 1, ਸਾਈਟ ਦਾ ਟੀਚਾ, ਭਾਵ ਤੁਸੀਂ ਸਾਈਟ ਕਿਸ ਮਨੋਰਥ ਲਈ ਤਿਆਰ ਕਰ ਰਹੇ ਹੋ। ਹਰ ਸਾਈਟ ਦਾ ਇੱਕ ਖਾਸ ਉਦੇਸ਼ ਹੁੰਦਾ ਹੈ। ਇਹ ਉਦੇਸ਼ ਸਾਨੂੰ ਇਹ ਦੱਸਦਾ ਹੈ ਕਿ ਸਾਈਟ ਵਿੱਚ ਕੀ ਕੁਝ ਸ਼ਾਮਿਲ ਕਰਨਾ ਹੈ ਜੋ ਕਿ ਯੂਜ਼ਰ ਨੂੰ ਵਿਆਖਿਆਤਮਕ ਅਤੇ ਸਜਾਵਟੀ ਲੱਗੇ। ਵਿਦਿਆਰਥੀਓ, ਇੱਥੇ ਯੂਜ਼ਰ ਤੋਂ ਭਾਵ ਹੈ ਜੋ ਤੁਹਾਡੀ ਵੈਬਸਾਈਟ ਨੂੰ ਵਰਤੇਗਾ, ਭਾਵ ਜੋ ਤੁਹਾਡੀ ਵੈਬਸਾਈਟ ਨੂੰ ਯੂਜ਼ ਕਰੇਗਾ। ਤੁਹਾਡੀ ਇਹ ਸਾਈਟ ਉਹਨਾਂ ਯੂਜ਼ਰਸ ਦੇ ਲਈ ਸਜਾਵਟੀ ਅਤੇ ਵਿਆਖਿਆਤਮਕ ਲੱਗਣੀ ਚਾਹੀਦੀ ਹੈ ਤਾਂ ਜੋ ਯੂਜ਼ਰ ਤੁਹਾਡੀ ਸਾਈਟ ਉੱਤੇ ਬਾਰ-ਬਾਰ ਵਿਜ਼ਿਟ ਕਰਨ ਲਈ ਉਤਸੁਕ ਰਹਿਣ। ਵੈਬਸਾਈਟ ਨੂੰ ਬਣਾਉਣ ਵੇਲੇ ਹੇਠਾਂ ਦਰਸਾਏ ਤੱਤਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਨੰਬਰ 1, ਸੰਸਥਾ ਦਾ ਉਦੇਸ਼, ਤੁਸੀਂ ਆਪਣੀ ਵੈਬਸਾਈਟ ਕਿਸ ਸੰਸਥਾ ਲਈ ਬਣਾ ਰਹੇ ਹੋ, ਭਾਵ ਕਿਸੇ ਕੰਪਨੀ ਲਈ, ਕਿਸੇ ਸਕੂਲ ਲਈ ਜਾਂ ਕਿਸੇ ਵਿਦਿਆਰਥੀਆਂ ਲਈ। ਵੈਬਸਾਈਟ ਦੇ 2-3 ਮਹੱਤਵਪੂਰਨ ਉਦੇਸ਼, ਉਹ ਉਦੇਸ਼ ਜੋ ਤੁਸੀਂ ਵੈਬਸਾਈਟ ਦੇ ਹੋਮ ਪੇਜ ਉੱਤੇ ਦਰਸਾਉਣੇ ਹਨ ਤਾਂ ਕਿ ਯੂਜ਼ਰ ਨੂੰ ਤੁਹਾਡੀ ਵੈਬਸਾਈਟ ਉੱਤੇ ਜਾਣਕਾਰੀ ਆਸਾਨੀ ਨਾਲ ਪ੍ਰਦਾਨ ਹੋ ਸਕੇ। ਵੈਬਸਾਈਟ ਨੂੰ ਵਿਕਸਿਤ ਕਰਨ ਦੀ ਵਿਧੀ, ਤੁਸੀਂ ਆਪਣੀ ਵੈਬਸਾਈਟ ਨੂੰ ਟਾਈਮ ਟੂ ਟਾਈਮ ਅਪਡੇਟ ਕਰਦੇ ਰਹਿਣਾ ਹੈ। ਟੀਚਾ ਪ੍ਰਾਪਤ ਕਰਨ ਲਈ ਸਾਈਟ ਦੀ ਰਣਨੀਤੀ, ਭਾਵ ਤੁਸੀਂ ਆਪਣੀ ਸਾਈਟ ਨੂੰ ਤਿਆਰ ਕਰਨ ਲਈ ਕਿਸ ਪ੍ਰਕਾਰ ਦੀ ਟੈਕਨੋਲੋਜੀ ਜਾਂ ਕਿਸ ਪ੍ਰਕਾਰ ਦੀ ਨੀਤੀ ਦਾ ਪ੍ਰਯੋਗ ਕਰੋਗੇ। ਸਾਈਟ ਨੂੰ ਅਪਡੇਟ ਕਰਨ ਦਾ ਸਮਾਂ, ਸਾਈਟ ਨੂੰ ਸਮੇਂ-ਸਮੇਂ ਸਿਰ ਯੂਜ਼ਰ ਦੀ ਲੋੜ ਅਨੁਸਾਰ ਅਪਡੇਟ ਕਰਨਾ ਵੀ ਇੱਕ ਜ਼ਰੂਰੀ ਟੀਚਾ ਮੰਨਿਆ ਜਾਂਦਾ ਹੈ।
ਦੂਸਰਾ ਪੁਆਇੰਟ ਹੈ ਦਰਸ਼ਕਾਂ ਲਈ ਤਿਆਰ ਕਰਨਾ, ਭਾਵ ਤੁਸੀਂ ਆਪਣੀ ਵੈਬਸਾਈਟ ਕਿਸ ਪ੍ਰਕਾਰ ਦੇ ਦਰਸ਼ਕਾਂ ਲਈ ਤਿਆਰ ਕਰ ਰਹੇ ਹੋ। ਵੈਬਸਾਈਟ ਨੂੰ ਤਿਆਰ ਕਰਨ ਸਮੇਂ ਸਾਈਟ ਦੇ ਦਰਸ਼ਕਾਂ ਦੀ ਕਿਸਮ ਬਾਰੇ ਪਤਾ ਹੋਣਾ ਚਾਹੀਦਾ ਹੈ, ਭਾਵ ਕਿ ਕਿਸ ਕਿਸਮ ਦੇ ਲੋਕ ਤੁਹਾਡੀ ਸਾਈਟ ਨੂੰ ਵੇਖਣਗੇ, ਜਿਵੇਂ ਕਿ ਬੱਚੇ, ਵਿਦਿਆਰਥੀ, ਵਕੀਲ, ਡਾਕਟਰ ਜਾਂ ਘਰੇਲੂ ਔਰਤਾਂ। ਉਦਾਹਰਣ ਦੇ ਤੌਰ 'ਤੇ ਜੇਕਰ ਤੁਸੀਂ ਇੱਕ ਪ੍ਰਕਾਸ਼ਕ ਲਈ ਸਾਈਟ ਤਿਆਰ ਕਰ ਰਹੇ ਹੋ ਤਾਂ ਤੁਹਾਡੇ ਦਰਸ਼ਕ ਅਤੇ ਯੂਜ਼ਰ ਜ਼ਰੂਰ ਵਿਦਿਆਰਥੀ, ਬੱਚੇ, ਅਧਿਆਪਕ, ਪ੍ਰੋਫੈਸਰ ਅਤੇ ਹੋਰ ਬੁੱਧੀਜੀਵੀ ਹੋਣਗੇ। ਅਜਿਹੇ ਮਾਮਲੇ ਵਿੱਚ ਤੁਸੀਂ ਉਹਨਾਂ ਦੀ ਦਿਲਚਸਪੀ ਅਤੇ ਉਮੀਦਾਂ ਅਨੁਸਾਰ ਸਾਈਟ ਤਿਆਰ ਕਰੋਗੇ, ਭਾਵ ਜੇਕਰ ਤੁਸੀਂ ਆਪਣੀ ਸਾਈਟ ਵਿਦਿਆਰਥੀਆਂ ਲਈ ਤਿਆਰ ਕਰ ਰਹੇ ਹੋ ਤਾਂ ਉਸ ਵਿੱਚ ਸਿਰਫ ਵਿਦਿਆਰਥੀਆਂ ਦੇ ਵਰਤਣਯੋਗ ਸਾਮੱਗਰੀ ਹੀ ਹੋਵੇ। ਜੇ ਤੁਸੀਂ ਆਪਣੀ ਸਾਈਟ ਅਧਿਆਪਕਾਂ ਲਈ ਤਿਆਰ ਕਰ ਰਹੇ ਹੋ ਤਾਂ ਇਸ ਵਿੱਚ ਉਹ ਸਮੱਗਰੀ ਹੋਵੇ ਜੋ ਅਧਿਆਪਕ ਆਪਣੇ ਵਿਦਿਆਰਥੀਆਂ ਜਾਂ ਆਪਣੇ ਹੋਰ ਬੱਚਿਆਂ ਨਾਲ ਉਸ ਸਮੱਗਰੀ ਨੂੰ ਸਾਂਝੀ ਕਰ ਸਕਣ। ਇਸ ਤੋਂ ਭਾਵ ਇਹ ਹੈ ਕਿ ਤੁਹਾਡੀ ਸਾਈਟ ਦਾ ਮੁੱਖ ਉਦੇਸ਼ ਉਹਨਾਂ ਦਰਸ਼ਕਾਂ ਦਾ ਹੈ ਜੋ ਤੁਹਾਡੀ ਸਾਈਟ ਨੂੰ ਯੂਜ਼ ਕਰਨਗੇ ਅਤੇ ਵਰਤਣਗੇ। ਤੀਸਰਾ ਹੈ ਨੀਤੀ। ਸਾਈਟ ਦਾ ਟੀਚਾ ਪ੍ਰਾਪਤ ਕਰਨ ਲਈ ਕੰਮ ਕਰਨ ਦੇ ਢੰਗਾਂ ਨੂੰ ਕੰਮ ਦੀ ਰਣਨੀਤੀ ਕਿਹਾ ਜਾਂਦਾ ਹੈ, ਭਾਵ ਤੁਸੀਂ ਆਪਣੀ ਸਾਈਟ ਨੂੰ ਤਿਆਰ ਕਰਨ ਲਈ ਕਿਸ ਪ੍ਰਕਾਰ ਦੇ ਢੰਗਾਂ ਦੀ ਵਰਤੋਂ ਕਰ ਰਹੇ ਹੋ। ਤੁਸੀਂ ਆਪਣੀ ਵੈਬਸਾਈਟ ਵਿੱਚ ਬਹੁਤ ਸਾਰੀ ਜਾਣਕਾਰੀ ਸ਼ਾਮਲ ਕਰ ਸਕਦੇ ਹੋ, ਜਿਵੇਂ ਕਿ ਟੈਕਸਟ ਭਾਵ ਕੁਝ ਲਿਖਤੀ ਜਾਣਕਾਰੀ, ਆਡੀਓ ਭਾਵ ਕੁਝ ਆਵਾਜ਼ੀ ਜਾਣਕਾਰੀ, ਵੀਡੀਓ ਜਾਂ ਕੁਝ ਦੇਖਣ ਵਾਲੀ ਜਾਣਕਾਰੀ। ਇੱਕ ਸਧਾਰਨ ਵੈਬਸਾਈਟ ਚੰਗੀ ਅਤੇ ਸਮਝਣ ਵਿੱਚ ਸਰਲ ਹੋਣੀ ਚਾਹੀਦੀ ਹੈ ਤਾਂ ਜੋ ਯੂਜ਼ਰ ਨੂੰ ਉਸ ਨੂੰ ਵਰਤਣ ਲੱਗੇ ਕਿਸੇ ਵੀ ਔਖਾਈ ਦਾ ਸਾਹਮਣਾ ਨਾ ਕਰਨਾ ਪਵੇ। ਸਾਈਟ ਦੀ ਸਮੱਗਰੀ। ਸਾਈਟ ਦੀ ਸਮੱਗਰੀ ਦਰਸ਼ਕਾਂ ਨੂੰ ਸਭ ਤੋਂ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਲਈ ਸਮੱਗਰੀ ਸਹੀ ਜਗ੍ਹਾ 'ਤੇ ਹੋਣੀ ਚਾਹੀਦੀ ਹੈ ਅਤੇ ਵਿਵਸਥਿਤ ਢੰਗ ਨਾਲ ਦਰਸਾਈ ਜਾਣੀ ਚਾਹੀਦੀ ਹੈ, ਭਾਵ ਤੁਹਾਡੇ ਵੈਬਸਾਈਟ ਦੇ ਜੋ ਮਹੱਤਵਪੂਰਨ ਉਦੇਸ਼ ਹਨ ਉਹ ਵੈਬਸਾਈਟ ਦੇ ਸਭ ਤੋਂ ਉੱਪਰ ਦਰਸਾਏ ਜਾਣ ਤਾਂ ਕਿ ਯੂਜ਼ਰ ਜਿਸ ਜਾਣਕਾਰੀ ਬਾਰੇ ਵੀ ਪਹਿਲਾਂ ਜਾਣਨਾ ਚਾਹਵੇ ਉਹਨੂੰ ਤੁਹਾਡੀ ਸਾਈਟ 'ਤੇ ਆਉਂਦੇ ਸਾਰ ਹੀ ਉਹ ਜਾਣਕਾਰੀ ਪ੍ਰਾਪਤ ਹੋ ਜਾਵੇ। ਜੇਕਰ ਲਿੰਕਸ ਸਹੀ ਕ੍ਰਮ ਵਿੱਚ ਹੋਣ ਤਾਂ ਲੋੜੀਂਦੀ ਜਾਣਕਾਰੀ ਨੂੰ ਲੱਭਣਾ ਆਸਾਨ ਹੁੰਦਾ ਹੈ। ਅੱਗੇ ਹੈ ਵੈਬਸਾਈਟ ਨੂੰ ਲਾਗੂ ਕਰਨ ਦੇ ਨਿਰਦੇਸ਼, ਭਾਵ ਅਸੀਂ ਆਪਣੀ ਵੈਬਸਾਈਟ ਨੂੰ ਕਿਸ ਤਰ੍ਹਾਂ ਦਰਸ਼ਕਾਂ ਲਈ ਲਾਗੂ ਕਰਨਾ ਹੈ। ਵੈਬਸਾਈਟ ਨੂੰ ਤਿਆਰ ਕਰਨ ਉਪਰੰਤ ਅਗਲਾ ਪੜਾਅ ਸਾਈਟ ਨੂੰ ਯੂਜ਼ਰਸ ਲਈ ਪੇਸ਼ ਕਰਨਾ ਹੈ, ਭਾਵ ਸਾਈਟ ਨੂੰ ਲਾਗੂ ਕਰਨਾ ਹੈ, ਜਾਂ ਅਸੀਂ ਇੱਕ ਪ੍ਰਕਾਰ ਨਾਲ ਇਹ ਵੀ ਕਹਿ ਸਕਦੇ ਹਾਂ ਕਿ ਅਸੀਂ ਆਪਣੀ ਸਾਈਟ ਨੂੰ ਆਪਣੇ ਇੰਟਰਨੈਟ ਦੇ ਉੱਤੇ ਦਰਸ਼ਕਾਂ ਲਈ ਅਪਲੋਡ ਕਰਨਾ ਹੈ। ਸਾਈਟ ਨੂੰ ਲਾਗੂ ਕਰਨ ਲਈ ਅੱਗੇ ਦਰਸਾਏ ਗਏ ਨਿਰਦੇਸ਼ ਅਮਲ ਵਿੱਚ ਲਿਆਏ ਜਾਂਦੇ ਹਨ। ਨੰਬਰ 1, ਡੋਮੇਨ ਨੇਮ ਦੀ ਚੋਣ ਕਰਨੀ। ਡੋਮੇਨ ਨੇਮ ਸਾਈਟ ਦਾ ਪਤਾ ਹੁੰਦਾ ਹੈ। ਕੋਈ ਇਸ ਤਰ੍ਹਾਂ ਦਾ ਡੋਮੇਨ ਨੇਮ ਚੁਣੋ ਜੋ ਯਾਦ ਰੱਖਣ ਲਈ ਆਸਾਨ ਅਤੇ ਸਾਈਟ ਦੀ ਸਮੱਗਰੀ ਦੇ ਅਨੁਕੂਲ ਹੋਵੇ। ਕੁਝ ਟੌਪ ਲੈਵਲ ਡੋਮੇਨ ਨੇਮ ਵਿੱਚ .com, .edu, .org ਅਤੇ .net ਸ਼ਾਮਲ ਹਨ। ਇਸ ਵਿੱਚ ਹਾਈਫਨ ਸ਼ਾਮਲ ਨਹੀਂ ਹੋਣੇ ਚਾਹੀਦੇ। ਇਸ ਵਿੱਚ ਸ਼ਾਮਲ ਅੱਖਰਾਂ ਦੀ ਗਿਣਤੀ ਵੱਧ ਤੋਂ ਵੱਧ 63 ਹੋ ਸਕਦੀ ਹੈ। ਵਿਦਿਆਰਥੀਓ, ਜਿਵੇਂ ਕਿ ਆਪਾਂ ਨੂੰ ਸਮਝ ਲੱਗੀ ਹੈ, ਡੋਮੇਨ ਨੇਮ ਸਾਈਟ ਦਾ ਐਡਰੈਸ ਹੁੰਦਾ ਹੈ। ਜਿਵੇਂ ਅਸੀਂ ਕੋਈ ਵੀ ਚੀਜ਼ ਨੂੰ ਸਰਚ ਕਰਨਾ ਹੋਵੇ ਤਾਂ ਅਸੀਂ ਹਮੇਸ਼ਾ ਗੂਗਲ ਨੂੰ ਹੀ ਓਪਨ ਕਰਦੇ ਹਾਂ। ਤੁਸੀਂ ਉਸ ਦੇ ਐਡਰੈਸ ਬਾਰ ਉੱਤੇ ਧਿਆਨ ਦਿੱਤਾ ਹੋਵੇਗਾ। ਉੱਥੇ ਗੂਗਲ ਦਾ ਐਡਰੈਸ www.google.com ਹੁੰਦਾ ਹੈ, ਭਾਵ ਉਸ ਦਾ ਡੋਮੇਨ ਨੇਮ .com ਹੈ। ਇਸੇ ਤਰ੍ਹਾਂ ਹੀ yahoo.com ਹੁੰਦਾ ਹੈ, ਜਿਵੇਂ ਉਸ ਦਾ ਡੋਮੇਨ ਨੇਮ ਵੀ .com ਹੈ। ਪਰ ਜੋ ਤੁਹਾਡੀ ਸਰਵ ਸਿੱਖਿਆ ਅਭਿਆਨ ਦੀ ਸਾਈਟ ਹੈ ਉਹ ssa punjab.org ਹੈ,
ਭਾਵ ਉਹ ਇੱਕ ਆਰਗੇਨਾਈਜੇਸ਼ਨ ਸਾਈਟ ਹੈ। ਇਹੀ ਹੈ ਡੋਮੇਨ ਨੇਮ, ਜੋ ਇੱਕ ਵੈਬਸਾਈਟ ਦਾ ਪਤਾ ਜਾਂ ਐਡਰੈਸ ਹੁੰਦਾ ਹੈ। ਅੱਗੇ ਹੈ ਡੋਮੇਨ ਨੇਮ ਨੂੰ ਰਜਿਸਟਰ ਕਰਨਾ, ਭਾਵ ਉਸ ਨੂੰ ਇੰਟਰਨੈਟ ਉੱਤੇ ਰਜਿਸਟਰ ਕਰਨਾ। ਡੋਮੇਨ ਨੇਮ ਬਾਰੇ ਫੈਸਲਾ ਕਰਨ ਤੋਂ ਬਾਅਦ ਡੋਮੇਨ ਨੇਮ ਨੂੰ ਰਜਿਸਟਰ ਕਰਵਾਉਣ ਦਾ ਕੰਮ ਆਉਂਦਾ ਹੈ। ਸਾਈਟ ਨੂੰ ਸਰਵਿਸ ਪ੍ਰੋਵਾਈਡਰ ਰਾਹੀਂ ਰਜਿਸਟਰ ਕਰਵਾਇਆ ਜਾਂਦਾ ਹੈ। ਸਰਵਿਸ ਪ੍ਰੋਵਾਈਡਰ ਯੂਜ਼ਰ ਨੂੰ ਫਾਰਮ ਭਰਨ ਲਈ ਕਹਿੰਦਾ ਹੈ ਅਤੇ ਰਜਿਸਟ੍ਰੇਸ਼ਨ ਲਈ ਫੀਸ ਵੀ ਲੈਂਦਾ ਹੈ। ਵਿਦਿਆਰਥੀਓ, ਇਹ ਸਰਵਿਸ ਪ੍ਰੋਵਾਈਡਰ ਅਲੱਗ-ਅਲੱਗ ਆਰਗੇਨਾਈਜੇਸ਼ਨਸ ਜਾਂ ਸੰਸਥਾਵਾਂ ਹੁੰਦੀਆਂ ਹਨ ਜੋ ਤੁਹਾਡੀ ਸਾਈਟ ਨੂੰ ਇੰਟਰਨੈਟ ਉੱਤੇ ਰਜਿਸਟਰ ਕਰਦੀਆਂ ਹਨ। ਫਾਰਮ ਭਰਨ ਤੋਂ ਬਾਅਦ ਇਹ ਤਸਦੀਕ ਕੀਤਾ ਜਾਂਦਾ ਹੈ ਕਿ ਡੋਮੇਨ ਨੇਮ ਕਿਸੇ ਹੋਰ ਯੂਜ਼ਰ ਦੁਆਰਾ ਰਜਿਸਟਰ ਤਾਂ ਨਹੀਂ ਹੈ। ਜਿਵੇਂ ਤੁਸੀਂ ਆਪਣਾ ਈਮੇਲ ਆਈਡੀ ਬਣਾਉਂਦੇ ਹੋ, ਜੇ ਉਹ ਈਮੇਲ ਆਈਡੀ ਕਿਸੇ ਹੋਰ ਨਾਮ ਦੇ ਨਾਲ ਬਣਿਆ ਹੋਵੇਗਾ ਤਾਂ ਉਹ ਤੁਹਾਡੀ ਸਾਈਟ ਵਿੱਚ ਦਾ ਐਡਰੈਸ ਦੁਬਾਰਾ ਨਹੀਂ ਬਣ ਸਕਦਾ। ਇਸੇ ਤਰ੍ਹਾਂ ਡੋਮੇਨ ਨੇਮ ਦੇ ਲਈ ਵੀ ਇੱਕ ਯੂਜ਼ਰ ਦੁਆਰਾ ਰਜਿਸਟਰ ਕੀਤਾ ਹੋਇਆ ਡੋਮੇਨ ਨੇਮ ਦੁਬਾਰਾ ਰਜਿਸਟਰ ਨਹੀਂ ਹੁੰਦਾ। ਜਦੋਂ ਸਰਵਿਸ ਪ੍ਰੋਵਾਈਡਰ ਦੁਆਰਾ ਡੋਮੇਨ ਨੇਮ ਰਜਿਸਟਰ ਕਰ ਦਿੱਤਾ ਜਾਂਦਾ ਹੈ ਤਾਂ ਈਮੇਲ ਰਾਹੀਂ ਤੁਹਾਨੂੰ ਪੁਸ਼ਟੀ ਸੰਦੇਸ਼ ਭੇਜ ਦਿੱਤਾ ਜਾਂਦਾ ਹੈ। ਇੱਕ ਸਰਵਰ ਨੂੰ ਚੁਣਨਾ, ਭਾਵ ਤੁਸੀਂ ਆਪਣੀ ਵੈਬਸਾਈਟ ਕਿਸ ਸਰਵਰ ਉੱਤੇ ਪਾਉਣਾ ਚਾਹੁੰਦੇ ਹੋ। ਸਾਈਟ ਨੂੰ ਇੰਟਰਨੈਟ 'ਤੇ ਪਬਲਿਸ਼ ਕਰਨ ਲਈ ਸਰਵਰ ਦੀ ਚੋਣ ਕੀਤੀ ਜਾਂਦੀ ਹੈ। ਸਾਈਟ ਡਿਜ਼ਾਈਨਰ ਸਰਵਰ ਨੂੰ ਖਰੀਦ ਸਕਦਾ ਹੈ ਜਾਂ ਕਿਰਾਏ 'ਤੇ ਲੈ ਸਕਦਾ ਹੈ। ਅਜਿਹੇ ਇੱਕ ਖਾਸ ਸਰਵਰ ਦਾ ਨਾਮ ਵੈਬ ਸਰਵਰ ਹੈ। ਜਦੋਂ ਵੀ ਤੁਸੀਂ ਸਾਈਟ ਨੂੰ ਆਪਣੇ ਬਰਾਊਜ਼ਰ 'ਤੇ ਖੋਲ੍ਹਦੇ ਹੋ ਤਾਂ ਇਹ ਸੰਬੰਧਿਤ ਸਰਵਰ ਨਾਲ ਜੁੜਦਾ ਹੈ। ਸਾਈਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਰੂਰੀ ਬੈਂਡਵਿਡਥ ਦੀ ਜ਼ਰੂਰਤ ਹੁੰਦੀ ਹੈ। ਬੈਂਡਵਿਡਥ ਉਹ ਡਾਟਾ ਟ੍ਰਾਂਸਫਰ ਦਾ ਰੇਟ ਹੈ ਜੋ ਕਿਸੇ ਸਮੇਂ ਵਿੱਚ ਕੀਤਾ ਜਾਵੇ। ਵਿਦਿਆਰਥੀਓ, ਜੋ ਵੈਬਸਾਈਟ ਦਾ ਸਰਵਰ ਹੈ ਉਹ ਇੱਕ ਮੇਨ ਸਰਵਰ ਹੁੰਦਾ ਹੈ ਜੋ ਤੁਹਾਡੇ ਸਾਰੇ ਡਾਟਾ ਦਾ ਰਿਕਾਰਡ ਆਪਣੇ ਕੋਲ ਰੱਖਦਾ ਹੈ। ਤੁਸੀਂ ਜਿਸ ਵੀ ਸਾਈਟ ਦੀ ਰਿਕੁਐਸਟ ਕਰਦੇ ਹੋ ਉਹ ਰਿਕੁਐਸਟ ਉਸ ਵੈਬ ਸਰਵਰ 'ਤੇ ਜਾਂਦੀ ਹੈ ਅਤੇ ਉਹ ਤੁਹਾਨੂੰ ਉਸ ਸਾਈਟ ਨਾਲ ਸੰਬੰਧਿਤ ਵੈਬ ਪੇਜ ਨੂੰ ਓਪਨ ਕਰਨ ਦੇ ਵਿੱਚ ਮਦਦ ਕਰਦਾ ਹੈ। ਵੈਬ ਪੇਜ ਦਾ ਪ੍ਰਬੰਧ ਕਰਨਾ। ਜੇਕਰ ਵਿਜ਼ਿਟਰ ਨੂੰ ਤੁਹਾਡੀ ਸਾਈਟ ਉੱਤੇ ਲੋੜੀਂਦੀ ਜਾਣਕਾਰੀ 30 ਸੈਕਿੰਡ ਵਿੱਚ ਉਪਲਬਧ ਨਹੀਂ ਹੁੰਦੀ ਤਾਂ ਵਿਜ਼ਿਟਰ ਤੁਹਾਡੀ ਸਾਈਟ ਨੂੰ ਦੁਬਾਰਾ ਨਹੀਂ ਵਰਤੇਗਾ। ਭਾਵ ਜੇਕਰ ਤੁਸੀਂ ਉਸ ਨੂੰ ਉਹਨਾਂ ਦੁਆਰਾ ਲੱਭੀ ਜਾਣ ਵਾਲੀ ਜਾਣਕਾਰੀ ਨੂੰ ਜਲਦੀ ਤੁਹਾਡੀ ਸਾਈਟ ਉੱਤੇ ਪ੍ਰਾਪਤ ਨਹੀਂ ਕਰ ਪਾਉਂਦਾ ਤਾਂ ਉਹ ਤੁਹਾਡੀ ਸਾਈਟ ਨੂੰ ਬੰਦ ਕਰ ਦੇਵੇਗਾ, ਕਿਉਂਕਿ ਤੁਹਾਡੀ ਸਾਈਟ ਉਸ ਨੂੰ ਇੰਟਰਸਟਿੰਗ ਹੀ ਨਹੀਂ ਲੱਗੇਗੀ। ਇਸ ਲਈ ਸ਼ਾਇਦ ਉਹ ਤੁਹਾਡੀ ਸਾਈਟ ਨੂੰ ਦੁਬਾਰਾ ਓਪਨ ਹੀ ਨਾ ਕਰੇ। ਇਸ ਲਈ ਇੱਕ ਵੈਬ ਪੇਜ ਦਾ ਸਾਈਜ਼ 2 ਸਕਰੀਨ ਤੋਂ ਵੱਧ ਨਹੀਂ ਹੋਣਾ ਚਾਹੀਦਾ। ਜੇਕਰ ਵੈਬ ਪੇਜ ਦੀ ਸਮੱਗਰੀ ਜ਼ਿਆਦਾ ਹੈ ਤਾਂ ਪੇਜ ਵਿੱਚ ਬੁੱਕਮਾਰਕ ਦੀ ਵਰਤੋਂ ਕਰੋ। ਬੁੱਕਮਾਰਕ ਤੋਂ ਭਾਵ ਹੈ ਜਦੋਂ ਅਸੀਂ ਇੱਕ ਹੀ ਪੇਜ ਵਿੱਚ ਅਲੱਗ-ਅਲੱਗ ਭਾਗਾਂ ਦਾ ਲਿੰਕ ਕ੍ਰੀਏਟ ਕਰਦੇ ਹਾਂ। ਇਸ ਲਈ ਇਹ ਕੋਸ਼ਿਸ਼ ਕਰੋ ਕਿ ਤੁਹਾਡਾ ਵੈਬ ਪੇਜ ਜ਼ਿਆਦਾ ਵੱਡਾ ਨਾ ਹੋਵੇ ਅਤੇ ਜੇਕਰ ਤੁਹਾਡੇ ਵੈਬ ਪੇਜ ਜਾਂ ਹੋਮ ਪੇਜ ਵਿੱਚ ਜ਼ਿਆਦਾ ਜਾਣਕਾਰੀ ਹੈ ਤਾਂ ਤੁਸੀਂ ਉਸ ਨੂੰ ਬੁੱਕਮਾਰਕ ਰਾਹੀਂ ਵੱਖ-ਵੱਖ ਭਾਗਾਂ ਵਿੱਚ ਵੰਡ ਸਕਦੇ ਹੋ।